ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ ਅਸੀਂ ਜਦੋਂ ਵੀ ਕਿਸੇ ਨਾਲ ਗੱਲ ਕਰਨ ਬੈਠਦੇ ਹਾਂ ਜਾਂ ਜਦੋਂ ਵੀ ਅਸੀਂ ਕੋਈ ਗੱਲ ਸਟਾਰਟ ਕਰਦੇ ਹਾਂ ਜਾਂ ਅਸੀਂ ਕਿਸੇ ਨਾਲ ਮਿਲਦੇ ਹਾਂ ਤਾਂ ਸਭ ਤੋਂ ਪਹਿਲਾਂ ਇਹੀ ਗੱਲ ਆਉਂਦੀ ਹੈ ਕਿ ਕੋਵਿਡ ਦੀ ਵੈਕਸੀਨ ਕਦੋਂ ਆਊਗੀ, ਕਦੋਂ ਅਸੀਂ ਦੁਬਾਰਾ ਤੋਂ ਅਗੇਨ ਤੋਂ 2019 ਵਾਲੀ ਲਾਈਫ ਜਿਉਣ ਲੱਗਾਂਗੇ, ਕਿਸ ਤਰ੍ਹਾਂ ਕੋਵਿਡ ਜਾਵੇਗਾ। ਪਰ ਵੈਕਸੀਨ ਵੀ ਚੱਲ ਰਹੀਆਂ ਨੇ, ਕੁਝ ਹੌਲਟ ਵੀ ਹੋਈਆਂ ਨੇ। ਹੁਣ ਸਭ ਤੋਂ ਜ਼ਿਆਦਾ ਉਮੀਦਾਂ ਸਾਨੂੰ ਆਕਸਫੋਰਡ ਤੋਂ ਸੀਗੀਆਂ ਕਿ ਉਹ ਕੋਈ ਚੰਗੀ ਖਬਰ ਸਾਨੂੰ ਸੁਣਾਏਗੀ, ਪਰ ਹੁਣ ਉਹ ਵੀ ਇੱਕ ਹੌਲਟ ਲੱਗ ਗਿਆ, ਰੁਕ ਗਈ ਹੈ ਉਹ ਜਿਹੜੀ ਵੈਕਸੀਨ ਬਣ ਰਹੀ ਸੀ। ਕਿਉਂ ਰੁਕ ਗਈ ਹੈ, ਕੀ ਹੋ ਰਿਹਾ ਕੋਵਿਡ ਨੂੰ ਲੈ ਕੇ? ਬੱਚੇ ਇੱਕ ਸਕੂਲ ਜਾ ਰਹੇ ਨੇ ਇਸ ਸਤੰਬਰ ਤੋਂ, ਤਾਂ ਉਹ ਕਿਸ ਤਰ੍ਹਾਂ ਜਾ ਰਹੇ ਨੇ, ਕਿਸ ਤਰ੍ਹਾਂ ਬੱਚਿਆਂ ਦੀ ਟੇਕ ਕੇਅਰ ਕਰਨੀ ਚਾਹੀਦੀ ਹੈ। ਸੋ ਅੱਜ ਇਸ ਗੱਲਬਾਤ ਦੇ ਵਿੱਚ ਅਸੀਂ ਸ਼ਾਮਿਲ ਕਰ ਰਹੇ ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਨੂੰ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੁਝ ਹੋ ਰਿਹਾ BC ਦੇ ਵਿੱਚ ਕੋਵਿਡ-19 ਨੂੰ ਲੈ ਕੇ। ਸੋ ਡਾਕਟਰ ਭੁਰਜੀ, ਸਵਾਗਤ ਹੈ ਤੁਹਾਡਾ। बहुत बहुत धन्यवाद अर्श जी और सारे देखने वाले प्यार भरी सत श्री अकाल, नमस्ते, सलाम वालेकुम, वाहिगुरु जी का खालसा, वाहिगुरु जी की फतेह। ਡਾਕਟਰ ਭੁਰਜੀ, ਜਿੱਦਾਂ ਮੈਂ ਕਿਹਾ ਕਿ ਕੋਵਿਡ-19 ਦੇ ਕੇਸ ਵੱਧ ਰਹੇ ਨੇ, ਕੀ ਇੱਕ ਸਥਿਤੀ ਬਣੀ ਹੋਈ ਹੈ ਸਾਡੀ BC ਦੇ ਵਿੱਚ? ਸਭ ਤੋਂ ਪਹਿਲਾਂ ਹਾਂਜੀ, ਜਿਹੜਾ ਲੌਂਗ ਵੀਕਐਂਡ ਲੰਘਿਆ ਸਾਨੂੰ ਡਰ ਵੀ ਸੀ ਕਿਉਂਕਿ ਉਸ ਤੋਂ ਪਹਿਲਾਂ 8-10 ਦਿਨ ਤੋਂ ਲਗਾਤਾਰ ਸਾਡੇ ਮਾਮਲੇ 100 ਦੇ ਲਾਗੇ ਚੱਗੇ ਜਾਂ ਵੱਧ ਆ ਰਹੇ ਸੀ ਤੇ ਲੌਂਗ ਵੀਕਐਂਡ 'ਚ 429 ਮਾਮਲੇ ਸਾਹਮਣੇ ਆਏ ਆ। ਉਹਦੇ ਵਿੱਚੋਂ ਮੌਤ ਵੀ ਹੋਈ ਆ। ਹਸਪੀਟਲ ਦੇ ਵਿੱਚ ਕਰੀਬਨ 30 ਇਸ ਵੇਲੇ ਇਲਾਜ 'ਚ ਤੇ ICU 'ਚ 10 ਆ। ਸੋ ਨੰਬਰ ਹੌਲੀ ਉੱਪਰ ਨੂੰ ਜਾ ਰਿਹਾ। ਜਦੋਂ ਇੱਕ ਸਮਾਂ ਸੀ ਵੀ ਸਾਡੀ ਗ੍ਰਾਫ ਜਿਹੜਾ ਹੈਗਾ ਬਹੁਤ ਥੱਲੇ ਸੀ, ਹੁਣ ਕਰਵ ਉੱਤੇ ਨੂੰ ਜਾ ਰਹੀ ਹੈ। ਸਾਨੂੰ ਡਰ ਲੱਗ ਰਿਹਾ ਵੀ ਸਾਡੇ ਨੰਬਰ ਹੋਰ ਨਾ ਵਧਣ, ਕਿਉਂਕਿ ਇਹ ਜਿਹੜਾ ਚੇਨ ਰਿਐਕਸ਼ਨ ਹੈਗਾ ਇਹ ਕਈ ਵਾਰ ਸਾਹਮਣਾ ਔਖਾ ਹੋ ਜਾਂਦਾ, ਜਿੱਦਾਂ ਪਹਿਲੀ ਜਿਹੜੀ ਵੇਵ ਅਸੀਂ ਦੇਖੀ ਸੀ। ਲੇਕਿਨ ਇਸ ਵਾਰੀ ਬਹੁਤੇ ਜਿਹੜੇ ਮਾਮਲੇ ਆ ਰਹੇ ਉਹ ਐਡਲਟਸ 'ਚ ਆ ਰਹੇ ਆ। ਜਿਹੜੇ ਵਿਅਕਤੀ 40 ਸਾਲ ਤੋਂ ਉੱਤੇ ਆ, ਬਹੁਤ ਰੇਅਰਲੀ ਉਹਨਾਂ 'ਚ ਆ ਰਿਹਾ। ਜਿਹੜਾ ਪਹਿਲਾ ਵੇਵ ਸੀ ਉਹ 'ਚ ਜਾ ਵੀ 50 ਜਾਂ 60 ਵਾਲਿਆਂ ਤੇ ਜ਼ਿਆਦਾ ਆਪਾਂ ਦੇਖ ਰਹੇ ਸੀ। ਔਰ ਇਹ ਜਿਹੜੇ ਐਡਲਟ ਹੈਗੇ ਆ, ਇਹਨਾਂ ਨੇ ਲਿਸਨ ਨਹੀਂ ਕੀਤਾ, ਸਮਰ ਇਹਨਾਂ ਨੇ ਬੜਾ ਇੰਜੋਏ ਕੀਤਾ। ਇਹਨਾਂ ਨੇ ਮदिरा पान ਜਿਹਨੂੰ ਆਪਾਂ ਅਲਕੋਹਲ ਕਹਿੰਦੇ ਆ ਉਹਦਾ ਸੇਵਨ ਕੀਤਾ, ਨੇੜਤਾ ਜਿਹੜੀ ਹੈਗੀ ਬਣਾਈ ਰੱਖੀ, ਬੜਾ ਕੁਝ ਹੋਇਆ। ਸੋ ਜ਼ਿਆਦਾ ਐਡਲਟਸ 'ਚ ਹੀ ਮਾਮਲੇ ਆ ਰਹੇ 20 ਤੋਂ 29 ਸਾਲ ਦੇ ਏਜ ਗਰੁੱਪ 'ਚ, ਬਟ ਕੋਈ ਵੀ ਏਜ 'ਚ ਆ ਸਕਦਾ। ਅਲਬਰਟਾ 'ਚ ਵੀ ਵਧੇ, ਓਨਟਾਰੀਓ 'ਚ ਵੀ ਵਧੇ, ਕਿਊਬੈਕ 'ਚ ਵੀ ਵਧੇ ਔਰ ਆਲ ਓਵਰ ਦਾ ਵਰਲਡ ਅਗਰ ਆਪਾਂ ਕਹੀਏ ਤੇ ਅਸੀਂ ਹੁਣ ਆਲਮੋਸਟ 29 ਮਿਲੀਅਨ ਦੇ ਲਾਗੇ ਪੜ ਰਹੇ ਹਾਂ, ਜਿਹਦੇ ਵਿੱਚ ਇਸ ਵੇਲੇ US ਲੀਡ 'ਚ 6.4 ਜਾਂ 5 ਮਿਲੀਅਨ, ਬਟ ਹਿੰਦੁਸਤਾਨ ਆ ਗਿਆ 4.5 ਮਿਲੀਅਨ ਮਾਮਲੇ। ਔਰ ਜਦ ਤੱਕ ਇਹ ਕੋਵਿਡ ਦੀ ਮਹਾਮਾਰੀ ਪੂਰੀ ਤਰ੍ਹਾਂ ਫਿਨਿਸ਼ ਨਹੀਂ ਹੁੰਦੀ, ਮੈਨੂੰ ਲੱਗਦਾ ਵੀ ਹਿੰਦੁਸਤਾਨ ਨੰਬਰ 1 'ਚ ਆ ਜਾਊਗਾ, ਕਿਉਂਕਿ ਉੱਥੇ ਆਬਾਦੀ 130 ਕਰੋੜ ਦੀ ਹੈਗੀ ਹੈ, ਜਿਹੜੀ ਆਪਾਂ 1.3 ਬਿਲੀਅਨ ਕਹਿ ਸਕਦੇ ਹਾਂ। ਸੋ 4 ਅਮਰੀਕਾ ਪਾ ਕੇ ਇੱਕ ਹਿੰਦੁਸਤਾਨ ਬਣਦਾ ਔਰ ਕਰੀਬਨ ਆਪਾਂ ਕਹੀਏ ਤੇ 20 ਕੈਨੇਡਾ ਪਾ ਕੇ ਇੱਕ ਹਿੰਦੁਸਤਾਨ ਦੀ ਆਬਾਦੀ ਬਣਦੀ ਹੈ। ਸੋ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਉਹ ਬਿਲਕੁਲ ਵਾਇਰਸ ਹੈਗਾ, ਫੈਲ ਰਿਹਾ ਹੈਗਾ, ਵੱਖ-ਵੱਖ ਏਜ ਗਰੁੱਪ 'ਚ ਵੱਖ-ਵੱਖ ਪੋਪੂਲੇਸ਼ਨ ਨੂੰ ਇਨਫੈਕਟ ਕਰ ਰਿਹਾ। ਹੁਣ ਸਥਿਤੀ ਜਿਹੜੀ ਹੈਗੀ ਆ, ਸਾਹਮਣੇ ਕੱਲ ਬੌਨੀ ਹੈਨਰੀ ਜੀ ਨੇ ਵੀ ਕਿਹਾ, ਕਿਉਂਕਿ ਖੁੱਲ੍ਹਾਂ ਬਹੁਤ ਦੇ ਦਿੱਤੀਆਂ ਸੀ ਜਦੋਂ ਫੇਜ਼ 3 ਆਪਾਂ ਲਿਫਟ ਕੀਤਾ ਮਹੀਨਾ ਪਹਿਲਾਂ, ਤੇ ਉਹਦੇ 'ਚ ਉਹਨਾਂ ਨੇ ਜਿਹੜੇ ਸਟੈਂਡ ਅਲੋਨ ਜਿਹੜੇ ਹਾਲਸ ਹੈਗੇ ਆ, ਜਿਹੜੇ ਨਾਈਟ ਕਲੱਬਸ ਆ, ਬਾਰਸ ਆ, ਇਹਨਾਂ ਨੂੰ ਬੰਦ ਕਰਨ ਦੀ ਹਦਾਇਤ ਦਿੱਤੀ ਆ। ਔਰ ਅਗਰ ਆਪਾਂ ਕਿਸੇ ਨੂੰ ਵੀ ਮਿਲਣਾ ਜੁਲਣਾ ਜਾਂ ਆਪਣੇ ਘਰ ਦੇ ਬੈਕਯਾਰਡ 'ਚ ਵੀ ਕਰਨਾ ਪ੍ਰੋਗਰਾਮ, ਤੇ 50 ਤੋਂ ਥੱਲੇ ਹੋਣਾ ਚਾਹੀਦਾ, ਇਨਕਲੂਡਿੰਗ ਜਿਹੜੇ ਗਾਣ ਵਜਾਉਣ ਵਾਲੇ ਆ, ਸਰਵਰਸ ਆ, ਐਵਰੀਬਡੀ ਇਨਕਲੂਡਿਡ ਹੁੰਦੇ। ਏਦਾਂ ਨਹੀਂ ਵੀ 50 ਗੈਸਟ ਪਲੱਸ ਦੂਜੀ ਚੀਜ਼ਾਂ, ਹਨਾ। ਔਰ ਫਾਈਨ ਨੂੰ ਦੇਣਾ ਪੈਂਦਾ ਕਈਆਂ ਨੂੰ, ਜਿਹੜੇ ਫੜੇ ਜਾਂਦੇ, ਛਾਪੇ ਪੁਲਿਸ ਮਾਰਦੀ ਆ। ਲੇਕਿਨ ਆਪਾਂ ਸੱਭਿਅ ਰਹੀਏ। ਦੇਖੋ, ਆਪਾਂ ਪਹਿਲਾਂ ਵੀ ਸੱਭਿਅ ਰਹੇ ਸੀ ਤੇ ਆਪਾਂ ਬਹੁਤ ਥੱਲੇ ਕੇਸਿਸ ਲੈ ਕੇ ਆਏ ਸੀ। 3 ਮੇਨ ਚੀਜ਼ਾਂ ਆ। ਪਹਿਲਾਂ ਤਾਂ ਫਿਜ਼ੀਕਲ ਡਿਸਟੈਂਸ 6 ਤੋਂ 8 ਫੁੱਟ ਦਾ ਰੱਖੀਏ, ਮਾਸਕ ਜ਼ਰੂਰ ਪਾਈਏ ਜਦੋਂ ਬਾਹਰ ਜਾਂਦੇ। ਮੇਰੇ ਕੋਲ ਇੱਕ ਵੀਡੀਓ ਆਈ ਸੀ, ਕਾਫੀ ਉਹ ਮਤਲਬ ਗਲੈਮਰਸ ਵੀਡੀਓ ਸੀ ਵੀ ਮਾਸਕ ਪਾਈਏ ਤੇ ਉਹਦੇ ਪਲਾਸਟਿਕ ਜਿਹੜੇ ਹਵਾ ਦੇ ਨਾਲ ਮੈਲਟ ਹੋ ਕੇ ਨੱਕ 'ਚ ਜਾ ਕੇ ਤੁਹਾਡੀ ਕੰਡੀਸ਼ਨ ਖਰਾਬ ਕਰ ਸਕਦੇ। ਉਹ ਗਲਤ ਇਨਫੋਰਮੇਸ਼ਨ, ਗਲਤ ਪ੍ਰਚਾਰ ਹੈ। ਤੁਸੀਂ ਦੇਖੋ, ਛੱਡੋ, ਜਦੋਂ ਦੇ ਹਸਪੀਟਲ ਬਣੇ ਆ ਉਦੋਂ ਦੇ ਸਰਜਨ ਜਿਹੜੇ ਹੈਗੇ ਉਹ ਮਾਸਕ ਲਾਉਂਦੇ, ਕਈ ਵਾਰ ਪੂਰੀ ਦਿਹਾੜੀ ਆਪਰੇਟ ਕਰਦੇ ਆ, 8-8 10-10 ਨਰਸਿਸ ਜਿਹੜੀਆਂ ਹੈਗੀਆਂ ਉਹ ਵੀ ਮਾਸਕ ਲਾਉਂਦੀਆਂ, ਸਪੋਰਟਿੰਗ ਸਟਾਫ। ਕਿਸੇ ਨੇ ਕਦੀ ਕੋਈ ਐਡਵਰਸ ਰਿਐਕਸ਼ਨ ਸੋ ਫਾਰ ਪੂਰੀ ਵਰਲਡ 'ਚ ਰਿਪੋਰਟ ਨਹੀਂ ਕੀਤਾ। ਸੋ ਇਸ ਲਈ ਉਹ ਜਿਹੜੀ ਵੀਡੀਓ ਗਲਤ ਹੈ। ਦੂਜਾ ਵੀਡੀਓ 'ਚ ਇਹ ਵੀ ਸੀ ਵੀ ਵੈਕਸੀਨ ਜਿਹੜੀ ਹੈਗੀ ਆ ਉਹ ਤੁਹਾਨੂੰ ਖਰਾਬ ਕਰੂਗੀ। ਸੋ ਆਪਾਂ ਇਹੋ ਜਿਹੀ ਫੇਕ ਨਿਊਜ਼ ਹੈ ਉਸ ਤੋਂ ਬਚ ਕੇ ਰਹੀਏ। ਗੱਲ ਹੈਗੀ ਆ ਵੀ ਜਿਹੜਾ ਆਪਣਾ ਹੱਥ ਧੋਣਾ, ਜਦੋਂ ਵੀ ਆਪਾਂ ਸਾਬਣ ਔਰ ਪਾਣੀ ਦੇ ਨਾਲ, ਬੈਸਟ ਇਹੀ ਆ
ਸਸਤਾ ਵੀ ਤਰੀਕਾ ਇਹੀ ਆ ਔਰ ਵਧੀਆ ਤਰੀਕਾ ਵੀ ਇਹੀ ਆ, ਲੇਕਿਨ 20 ਸਕਿੰਟ ਆਪਾਂ ਹੱਥ ਜ਼ਰੂਰ ਧੋਈਏ ਉਂਗਲ ਤੋਂ ਲੈ ਕੇ ਸਾਡੇ ਰਿਸਟ ਤੱਕ, ਗੁੱਟ ਤੱਕ। ਔਰ ਜਦੋਂ ਆਪਾਂ ਕਰਦੇ ਹਾਂ ਤੇ ਨਾਲ ਅਸੀਂ ਮੂਲ ਮੰਤਰ ਵੀ ਪੜ੍ਹ ਸਕਦੇ ਹਾਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਲਗਭਗ 20 ਸੈਕਿੰਡ ਹੋ ਜਾਂਦੇ। ਜਾਂ ਤੁਸੀਂ ਗਾਇਤਰੀ ਪੜ੍ਹ ਸਕਦੇ ਹੋ, ਮੁਸਲਮਾਨ ਅੱਲਾਹੂ ਕਰ ਸਕਦੇ, ਜੋ ਵੀ ਤੁਹਾਡਾ ਇਸ਼ਟ ਕਰਦਾ। ਤੇ ਅਗਰ ਸੈਨੀਟਾਈਜ਼ਰ ਹੈਗਾ ਤੁਹਾਡੇ ਕੋਲ, ਉਹ ਇਸ ਲਈ ਹੈ ਵੀ ਅਗਰ ਸਾਬਣ ਔਰ ਪਾਣੀ ਨਹੀਂ ਹੈ ਜਾਂ ਤੁਸੀਂ ਬਾਹਰ ਜਾ ਰਹੇ ਹੋ, ਜਦੋਂ ਤੁਸੀਂ ਸੈਨੀਟਾਈਜ਼ਰ ਯੂਜ਼ ਕੀਤਾ ਫਿਰ ਘਰ ਆ ਕੇ ਤੁਸੀਂ ਸਾਬਣ ਔਰ ਪਾਣੀ ਦੇ ਨਾਲ ਹੱਥ ਧੋਣਾ। ਪਿਛਲੇ ਹਫਤੇ ਅਲਬਰਟਾ 'ਚ ਸਕੂਲ ਖੁੱਲ ਗਏ ਸੀ, ਕਰੀਬਨ BC ਤੋਂ ਇੱਕ ਹਫਤਾ ਪਹਿਲਾਂ ਉਹਨਾਂ ਨੇ ਖੋਲੇ। ਤਾਂ ਮਾਮਲੇ ਉੱਥੇ ਆਏ ਆ, ਕੁਝ ਬੱਚੇ ਆਈਸੋਲੇਸ਼ਨ ਦੇ ਵਿੱਚ ਕਰ ਰਹੇ ਨੇ ਔਰ ਸਾਡੇ ਵੀ ਬੱਚਿਆਂ ਨੇ ਕੱਲ ਸਕੂਲੇ ਚਲੇ ਜਾਣਾ। ਅੱਜ ਔਰ ਕੱਲ ਦਾ ਦਿਨ ਟੀਚਰਸ ਦੀ ਓਰੀਐਂਟੇਸ਼ਨ ਦਾ ਸੀ, ਕੱਲ ਔਰ ਪਰਸੋਂ ਸਟੂਡੈਂਟਸ ਦੀ ਓਰੀਐਂਟੇਸ਼ਨ ਦਾ ਦਿਨ ਹੈਗਾ। ਲੇਕਿਨ ਇਹ ਕਹੂੰਗਾ ਵੀ ਬੱਚਿਆਂ ਨੂੰ ਸਕੂਲ ਜਾਣਾ ਚਾਹੀਦਾ, ਕਿਉਂਕਿ ਹੁਣ ਮੈਂ ਪਿਛਲੇ ਕੁਝ ਹਫ਼ਤੇ ਤੋਂ ਲਗਾਤਾਰ ਦੇਖ ਰਿਹਾ ਬੱਚਿਆਂ ਨੂੰ ਐਂਗਜ਼ਾਇਟੀ ਹੋਈ ਪਈ ਹੈ, ਬੱਚਿਆਂ ਲੋਨਲੀਨੈਸ ਹੋਇਆ ਪਿਆ, ਬੱਚਿਆਂ ਨੂੰ ਐਡਜਸਟਮੈਂਟ ਇਸ਼ੂਜ਼ ਆ ਰਹੇ। ਸੋ ਜਿਹੜੀ ਮਾਨਸਿਕਤਾ ਜਿਹੜੀ ਹੈਗੀ ਆ ਸਕੂਲ, ਉਹਦੇ ਲਈ ਇੱਕ ਥੈਰੇਪੀ ਵੀ ਹੈਗਾ। ਠੀਕ ਹੈ, ਅਸੀਂ ਜਿੱਥੇ ਪੜ੍ਹਾਈ ਸਿੱਖਣੀ ਆ ਨਾਲ ਅਸੀਂ ਸਾਡੀ ਮਾਨਸਿਕ ਹੈਲਥ, ਸਾਡੀ ਇਮੋਸ਼ਨਲ ਹੈਲਥ, ਸਾਡੀ ਵੈਲਿਊਜ਼, ਜਿਹੜੇ ਫਰੈਂਡਸ਼ਿਪਸ ਹੈਗੀਆਂ ਉਹ ਆ, ਕਦਰਾਂ ਕੀਮਤਾਂ, ਡਿਸਿਪਲਿਨ, ਸਪੋਰਟਸ, ਮਿਊਜ਼ਿਕ, ਲੈਂਗੁਏਜ, ਆਰਟਸ, ਬੜੀਆਂ ਚੀਜ਼ਾਂ ਸਿੱਖਦੇ। ਸੋ ਠੀਕ ਆ, ਲੇਕਿਨ ਦੇਖੋ ਮੈਂ ਫਿਰ ਕਹੂੰਗਾ ਵੀ ਬੱਚੇ ਸਾਰਿਆਂ ਦੇ ਸਾਂਝੇ ਔਰ ਪਿਆਰੇ ਆ। ਕਦੀ ਨਾ ਕਦੀ ਕੋਈ ਨਾ ਕੋਈ ਕੋਵਿਡ ਆਊਟਬ੍ਰੇਕ ਹੋਊਗੀ, ਲੇਕਿਨ ਬੱਚਿਆਂ ਦੇ ਛੋਟੇ ਛੋਟੇ ਪੌਡਸ ਬਣਾਏ ਜਾ ਰਹੇ। ਜਿਹੜੇ ਛੋਟੇ ਬੱਚੇ ਹੈਗੇ ਆ ਗ੍ਰੇਡ 7 ਤੋਂ ਥੱਲੇ, ਉਹਨਾਂ ਦਾ 60 ਦਾ ਗਰੁੱਪ ਆ। ਜਿਹੜੇ ਵੱਡੇ ਬੱਚੇ ਉਹਨਾਂ ਦਾ 120 ਦਾ ਗਰੁੱਪ ਆ। ਔਰ ਪੈਰੈਂਟਸ ਨੂੰ ਆਪਸ਼ਨ ਵੀ ਹੈਗੇ ਵੀ ਆਨਲਾਈਨ ਵੀ ਉਹ ਮਤਲਬ ਫॉर 4-6 ਮੰਥਸ ਕਰ ਸਕਦੇ, ਜਨਵਰੀ ਤੋਂ ਬਾਅਦ ਫਿਰ ਉਹ ਰੀਵੈਲੂਏਟ ਕਰ ਸਕਦੇ ਆ। ਔਰ ਕਿਸੇ ਬੱਚੇ ਨੂੰ ਅਗਰ ਕੋਈ ਵਾਕਈ ਹੈਲਥ ਪ੍ਰੋਬਲਮ ਹੈ, ਕੋਈ ਦਵਾਈ ਲੈ ਰਿਹਾ ਜਿਹਦੇ ਨਾਲ ਉਹਦਾ ਇਮਿਊਨ ਸਿਸਟਮ ਸਪਰੈਸਡ ਹੈ, ਤਾਂ ਆਪਣੇ ਫੈਮਿਲੀ ਡਾਕਟਰ ਜਾਂ ਸਪੈਸ਼ਲਿਸਟ ਤੋਂ ਨੋਟ ਲੈ ਸਕਦਾ। ਔਰ ਮੈਂ ਪਿਛਲੇ ਇੱਕ ਹਫ਼ਤੇ 'ਚ ਕਰੀਬਨ ਮੇਰੇ ਸਾਰੇ ਪੇਸ਼ੈਂਟ ਸੀ, ਉਹਨਾਂ ਦੇ ਨੋਟ ਲਿਖੇ ਵੀ ਆ ਵੀ ਉਹਨਾਂ ਦੇ ਲਈ ਕੋਵਿਡ ਜ਼ਿਆਦਾ ਰਿਸਕ ਹੋ ਸਕਦਾ। ਸੋ ਡਰਨਾ ਨਹੀਂ ਚਾਹੀਦਾ ਕੋਵਿਡ ਤੋਂ, ਆਪਾਂ ਨੂੰ ਸਕੂਲੇ ਜਾਣਾ ਚਾਹੀਦਾ। ਹਾਲਾਂਕਿ ਕਾਫੀ ਤੁਸੀਂ ਵਾਦ ਵਿਵਾਦ ਦੇਖੋਗੇ ਸੋਸ਼ਲ ਮੀਡੀਆ 'ਚ ਵੀ, ਇੱਕ ਪਾਸੇ ਅਸੀਂ ਬ੍ਰੇਕ ਲਾ ਰਹੇ ਹਾਂ, ਹਾਲਾਂ ਦੇ ਉੱਤੇ ਲਾ ਰਹੇ ਹਾਂ, ਬਾਰਸ ਤੇ ਲਾ ਰਹੇ ਹਾਂ, ਨਾਈਟ ਕਲੱਬ ਤੇ ਦੂਜੇ ਪਾਸੇ ਸਕੂਲ ਵੀ ਖੁੱਲ੍ਹ, ਲੇਕਿਨ ਸਕੂਲ ਦਿਨ 'ਚ ਚੱਲਦੇ ਆ। ਸਕੂਲ ਬੱਚੇ ਸ਼ਰਾਬ ਪੀ ਕੇ ਨਹੀਂ ਜਾਂਦੇ। ਇਹ ਜਿਹੜਾ ਨਾਈਟ ਕਲੱਬ ਔਰ ਜਿਹੜਾ ਸ਼ਰਾਬਖਾਨਾ, ਉਹਦੇ ਨਾਲ ਬਿਹੇਵੀਅਰ ਜਿਹੜਾ ਚੰਗੇ ਭਲੇ ਬੰਦੇ ਦਾ ਉਹ ਖਰਾਬ ਹੋ ਜਾਂਦਾ, ਉਹ ਭੁੱਲ ਜਾਂਦਾ ਵੀ ਮੈਂ ਫਿਜ਼ੀਕਲ ਡਿਸਟੈਂਸ ਰੱਖਾਂ, ਜੱਫੀਆਂ ਪਾਉਣ ਲੱਗ ਪੈਂਦਾ, ਘੁਲ ਮਿਲ ਜਾਂਦਾ, ਹੋਰ ਚੀਜ਼ਾਂ ਹੁੰਦੀਆਂ। ਸੋ ਇਸ ਲਈ ਅਸੀਂ ਸੱਭਿਅ ਰਹੀਏ ਤੇ ਅਸੀਂ ਸਕਸੈਸ ਫਿਰ ਅਚੀਵ ਕਰ ਸਕਦੇ ਹਾਂ। ਅਸੀਂ ਸਕੂਲਾਂ ਦੀ ਗੱਲ ਕੀਤੀ ਹੈ, ਹੁਣ ਸਤੰਬਰ ਦੇ ਵਿੱਚ ਸਾਰੇ ਐਕਸਾਈਟਡ ਹੁੰਦੇ ਆ ਕਿ ਅਸੀਂ ਸਕੂਲਾਂ ਦੇ ਵਿੱਚ ਜਾਣਾ ਹੈਗਾ ਹੈ, ਸਕੂਲਾਂ ਦੇ ਨਵੇਂ ਸੈਸ਼ਨ ਸ਼ੁਰੂ ਹੋਣ ਜਾ ਰਹੇ ਆ। ਹੁਣ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚਿਆਂ ਦੇ ਵਿੱਚ ਬਹੁਤ ਘੱਟ COVID-19 ਦੇ ਅਸੀਂ ਸਿੰਪਟਮ ਦੇਖਿਆ, ਜਾਂ ਬਹੁਤ ਘੱਟ ਬੱਚੇ ਆ ਜਿਨ੍ਹਾਂ ਨੂੰ COVID-19 ਹੋਇਆ ਹੈਗਾ ਆ। ਪਰ ਹੁਣ ਪੇਰੈਂਟਸ ਵੀ ਡਰਦੇ ਹੈਗੇ ਆ ਕਿ ਜੇ ਥੋੜੇ ਬੱਚੇ ਬਿਮਾਰ ਹੁੰਦੇ ਆ, ਸ਼ਾਇਦ ਸਾਡਾ ਬੱਚਾ ਨਾ ਹੋਵੇ। ਕਈ ਵਾਰ ਨਹੀਂ ਪਤਾ ਹੁੰਦਾ ਕਿ ਇਮਿਊਨ ਸਿਸਟਮ ਕਿਸ ਤਰ੍ਹਾਂ ਦਾ ਹੈਗਾ ਆ। ਸੋ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਕੀ ਸਲਾਹ ਹੈਗੀ ਆ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਮਾਪਿਓ ਬਹੁਤ ਜ਼ਿਆਦਾ ਐਂਕਸ਼ੀਅਸ ਹੈਗੇ ਆ। ਦੇਖੋ, ਜਦੋਂ ਦਾ ਕੋਵਿਡ ਦਾ ਪਸਾਰਾ ਆਪਾਂ ਮਾਰਚ ਤੋਂ ਕੈਨੇਡਾ ਦੇ ਵਿੱਚ ਦੇਖਿਆ ਤੇ 400 ਤੋਂ ਥੱਲੇ ਮਾਮਲੇ ਆਏ ਆ, ਪੂਰੇ ਕੈਨੇਡਾ ਦੇ ਵਿੱਚ 8000 ਤੋਂ ਥੱਲੇ ਮਾਮਲੇ ਆਏ ਆ। ਔਰ ਇੱਕ ਬੱਚੇ ਦੀ ਅਨਫੋਰਚੂਨੇਟਲੀ ਡੈਥ ਹੋਈ ਹੈ ਪੂਰੀ ਕੈਨੇਡਾ 'ਚ, ਜਿਹਨੂੰ ਹੈਲਥ ਪ੍ਰੋਬਲਮ ਹੈਗੀ ਸੀ। ਹਾਂ, ਕੁਝ ਬੱਚਿਆਂ ਨੂੰ ਹਸਪਤਾਲ ਜਾਣਾ ਪਿਆ, ਕੁਝ ਨੂੰ ICU 'ਚ ਵੀ ਰਹਿਣਾ ਪਿਆ। ਲੇਕਿਨ ਜਿੱਦਾਂ ਡਾਕਟਰ ਬੋਨੀ ਹੈਨਰੀ ਨੇ ਵੀ 8 ਕੇਸਿਸ ਦੱਸੇ ਸੀ, ਜਿਹੜਾ ਮਲਟੀ ਸਿਸਟਮਿਕ ਇਨਫੈਕਸ਼ਨ ਜਾਂ ਇਨਫਲੇਮੇਸ਼ਨ ਹੁੰਦਾ, ਜਿਹੜਾ ਅੱਖਾਂ ਨਾਲ ਜਾਂ ਬੁਖਾਰ ਹੋ ਗਿਆ। ਬਟ ਉਹ 'ਚ ਕੋਵਿਡ ਟੈਸਟ ਪੋਜ਼ਿਟਿਵ ਨਹੀਂ ਆ ਰਿਹਾ ਸੀ, ਲੇਕਿਨ ਉਹ ਹੋਇਆ। ਲੇਕਿਨ ਉਹ ਸਾਰੇ ਬੱਚੇ 2 ICU 'ਚ ਸੀ, ਲੇਕਿਨ ਸਾਰੇ ਦੇ ਸਾਰੇ ਠੀਕ ਹੋ ਕੇ ਘਰ ਆਏ ਆ। ਸੋ ਰੇਅਰਲੀ ਇਹੋ ਜਿਹੀ ਸਿਚੁਏਸ਼ਨ ਖੜੀ ਹੋਊਗੀ। ਲੇਕਿਨ ਅਗਰ ਆਪਾਂ ਇਹਨੂੰ ਦੇਖੀਏ, ਇਸ ਲਈ 1,30,000 ਜਿਹੜੇ ਮਾਮਲੇ ਆ ਕੈਨੇਡਾ 'ਚ ਔਰ 9100 ਡੈਥਸ, ਉਹਦੇ ਵਿੱਚੋਂ ਅਗਰ ਆਪਾਂ ਦੇਖੀਏ ਤੇ ਬਹੁਤ ਲੋ ਰੇਸ਼ੋ 0.7 ਤੋਂ ਵੀ ਥੱਲੇ ਹੈਗਾ। ਔਰ BC ਦੇ ਵਿੱਚ ਤੇ ਹੋਰ ਘੱਟ ਹੈਗਾ। ਅਗਰ ਆਪਾਂ 420 ਮਾਮਲੇ ਫੜ ਲਈਏ ਬੱਚਿਆਂ ਦੇ, ਔਰ ਟੋਟਲ ਜਿਹੜੇ ਸਾਡੇ 6000 ਮਾਮਲੇ ਲਗਭਗ ਹੋ ਗਏ ਆ, ਉਹਦੇ ਵਿੱਚੋਂ ਤਾਂ ਫਿਰ 0.58 ਹੀ ਬਣਦਾ ਪਰਸੈਂਟੇਜ। ਹਾਂ, ਦੇਖੋ ਇਹ ਵਾਇਰਸ ਹੈਗਾ, ਵਾਇਰਸ ਕਮਿਊਨਿਟੀ 'ਚ ਐਕਟਿਵ ਹੈ, ਕਿੱਥੇ ਗਿਆ ਨਹੀਂ ਹੈਗਾ, ਕਦੀ ਨਾ ਕਦੀ ਹੋ ਸਕਦਾ। ਅਗਰ ਨੈਚੁਰਲੀ ਵੀ ਹੁੰਦਾ ਤੇ ਬੋਡੀ ਉਹਨੂੰ ਫਾਈਟ ਕਰ ਸਕਦੀ। ਬੱਚਿਆਂ ਦੀ ਨਾ ਜਿਹੜੀ ਇਮਿਊਨ ਸਿਸਟਮ ਹੈ ਬੜੀ ਤਗੜੀ ਹੁੰਦੀ ਆ। ਉਹਨਾਂ ਦੇ ਵਿੱਚ ACE2 ਰਿਸੈਪਟਰਸ ਘੱਟ ਹੁੰਦੇ ਆ, ਜਿੱਥੇ ਵਾਇਰਸ ਨੇ ਜਾ ਕੇ ਲੌਕ ਇਨ ਹੋਣਾ।
ਔਰ ਕਿਉਂਕਿ ਉਹ ਵੈਕਸੀਨੇਸ਼ਨਸ ਲੈ ਰਹੇ ਹੁੰਦੇ ਆ, ਐਕਟਿਵ ਆ, ਉਹਨਾਂ ਦੀ ਬੋਡੀ ਸਟਰੋਂਗ ਹੈ, ਇਸ ਲਈ ਉਹਨਾਂ ਦਾ ਇਮਿਊਨ ਸਿਸਟਮ ਐਡਲਟਸ ਨਾਲੋਂ ਜਾਂ ਬਜ਼ੁਰਗਾਂ ਨਾਲੋਂ ਮਚ ਬੈਟਰ ਹੁੰਦਾ। ਮੈਨੂੰ ਡਰ ਹੁੰਦਾ ਵੀ ਬੱਚਾ ਸਕੂਲੋਂ ਕੋਵਿਡ ਲੈ ਕੇ ਆਪਣੇ ਬਜ਼ੁਰਗ ਦਾਦਾ ਦਾਦੀ ਨਾਨਾ ਨਾਨੀ ਜਿਨ੍ਹਾਂ ਨੂੰ ਕੋਈ ਹੈਲਥ ਇਸ਼ੂਜ਼ ਹੈ ਉਹਨਾਂ ਨੂੰ ਨਾ ਸਪਰੈਡ ਕਰੇ। ਇਸ ਲਈ ਮੈਂ ਕਹਿੰਦਾ ਕੁਛ ਹਫ਼ਤੇ ਥੋੜਾ ਜਿਹਾ ਉਹਨਾਂ ਦੇ ਨਾਲ ਘੁਲ ਮਿਲ ਘਟੇ, ਦੂਰੋਂ ਫਤਿਹ ਬੁਲਾ ਲਵੇ ਜਾਂ ਹੁਣ ਘੁੱਟ ਕੇ ਜਫੀਆਂ ਜੁਫੀਆਂ ਪਾ ਲਈਏ, ਕਿਉਂਕਿ ਕੱਲ ਤੋਂ ਸਕੂਲ ਸਟਾਰਟ ਹੋ ਰਹੇ ਨੇ। ਪੈਰੈਂਟਸ ਹੱਕ 'ਚ ਸੀ ਸਕੂਲ ਜਾਣ ਦੇ, 30% ਹੱਕ 'ਚ ਨਹੀਂ ਸੀ। ਸੋ ਅਜੇ ਵੀ ਬਹੁਤ ਜਿਹੜੇ ਪੈਰੈਂਟਸ ਹੈ ਉਹ ਸਪੋਰਟ ਕਰਦੇ ਆ, ਲੇਕਿਨ ਉਹਨਾਂ ਕੋਲ ਆਪਸ਼ਨਸ ਅਜੇ ਅਵੇਲੇਬਲ ਹੈਗੀਆਂ। ਹੁਣ ਸਮੱਸਿਆ ਇਹ ਖੜੀ ਹੋ ਰਹੀ ਹੈ ਵੀ ਅਸੀਂ ਹੁਣ ਪਤਝੜ ਦੇ ਵਿੱਚ ਜਾਣਾ, ਜੀ ਬਿਲਕੁਲ, ਬਹੁਤ ਪੀਲੇ ਹੋਣੇ ਸ਼ੁਰੂ ਹੋ ਗਏ ਆ ਨਾ। ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕਿ ਕਿਤੇ, ਕਿਉਂਕਿ ਇਹ ਰੁੱਤ ਦੇ ਚੱਲਣਾ ਹੈ, ਉਹਨੂੰ ਕੋਵਿਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਔਰ ਸਾਨੂੰ ਪਤਾ ਜਿਹੜਾ ਪਤਝੜ ਦਾ ਮੌਸਮ ਔਰ ਜਦੋਂ ਸਰਦੀਆਂ ਦਾ ਮੌਸਮ ਆਉਂਦਾ, ਉਦੋਂ ਜਿਹੜਾ ਇਨਫਲੂਐਂਜ਼ਾ ਜਿਹਨੂੰ ਫਲੂ ਕਹਿੰਦੇ ਆ ਉਹ ਵੀ ਚੱਲਦਾ। ਹੁਣ ਪ੍ਰੋਬਲਮ ਇਹ ਹੈਗੀ ਆ ਵੀ ਫਲੂ ਦਾ ਵੀ ਤੇ ਕੋਵਿਡ ਦੇ ਵੀ ਲੱਛਣ ਲਗਭਗ ਸੇਮ ਹੈ। ਜੀ ਖੰਘ ਹੋਣੀ, ਸਾਹ ਲੈਣ 'ਚ ਔਖਿਆਈ ਹੋਣੀ, ਕਈ ਵਾਰ ਕਈ ਬੱਚਿਆਂ ਨੂੰ ਐਲਰਜੀਸ ਹੁੰਦੀਆਂ, ਜਦੋਂ ਨੱਕ ਵਗਣਾ, ਛਿੱਕਾਂ ਆਉਣੀਆਂ, ਅੱਖਾਂ ਲਾਲ ਹੋ ਜਾਣੀ, ਖੰਘ ਹੋਣੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸੇ ਨੂੰ ਵੀ ਹੋ ਸਕਦੀਆਂ, ਇਹ ਇੱਕ ਵਿਅਕਤੀ ਨੂੰ ਵੀ ਹੋ ਸਕਦੀਆਂ। ਕਿਸੇ ਨੂੰ ਇਨਫਲੂਐਂਜ਼ਾ, ਕੋਵਿਡ ਤੇ ਐਲਰਜੀ ਵੀ ਹੋ ਸਕਦੀ ਇਕੱਠੀ, ਜਾਂ ਵੱਖ-ਵੱਖ ਵੀ ਹੋ ਸਕਦੀ। ਇਸ ਲਈ ਪੈਰੈਂਟਸ ਨੂੰ ਜ਼ਿਆਦਾ ਹਿਸਟਰੀ ਪਤਾ ਹੋਣੀ ਚਾਹੀਦੀ ਆਪਣੇ ਬੱਚੇ ਦੀ, ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ, ਆਪਣੇ ਡਾਕਟਰ ਜਾਂ ਸਪੈਸ਼ਲਿਸਟ ਦੇ ਨਾਲ ਗੱਲ ਕਰਨੀ ਚਾਹੀਦੀ ਜਦੋਂ ਵੀ ਲੱਛਣ ਸ਼ੁਰੂ ਹੁੰਦੇ ਰਾਈਟ ਹੋਵੇ। ਬਹੁਤਾ ਵਾਰੀ ਹੁਣ ਮੈਂ 50% ਮੈਂ ਵੀ ਆਨਲਾਈਨ ਹੀ ਕੰਮ ਕਰ ਰਿਹਾ, ਔਰ ਇਟਸ ਨਾਟ ਦੈਟ ਬੈਡ। ਉਸੇ ਦਿਨ ਜਾਂ ਅਗਲੇ ਦਿਨ ਅਸੀਂ ਪੈਰੈਂਟਸ ਦੇ ਨਾਲ ਸੰਪਰਕ ਕਰ ਪਾਉਂਦੇ ਹਾਂ ਨਾ, ਨਹੀਂ ਤਾਂ ਪਹਿਲਾਂ 2-2 ਮਹੀਨੇ ਦੀ ਕਈ ਵਾਰ ਵੇਟਿੰਗ ਹੁੰਦੀ ਸੀ। ਸੋ ਦੂਜੀ ਇਹ ਵੀ ਅਗਰ ਪੈਰੈਂਟਸ ਨੂੰ ਲੱਗਦਾ ਵੀ ਤੁਹਾਡੇ ਬੱਚੇ ਨੂੰ ਬੁਖਾਰ ਹੋ ਗਿਆ, ਔਰ ਪੈਰੈਂਟਸ ਨੂੰ ਤੇ ਕੋਈ ਹੈ ਨਹੀਂ ਉੱਥੇ ਵੀ ਇਹਨੂੰ ਕੋਵਿਡ ਆ ਜਾਂ ਫਲੂ ਆ ਜਾਂ ਕੁਛ ਹੈ ਨਾ, ਖੰਘ ਆ ਰਹੀ ਹੈ, ਬੈਸਟ ਇਹ ਆ ਵੀ ਉਹਨੂੰ ਨਾ ਭੇਜੋ ਸਕੂਲੇ। ਜਾਂ ਉਹਨੂੰ ਫਲੂ ਹੈਗਾ ਜਾਂ ਹੋ ਸਕਦਾ ਕੋਵਿਡ ਹੋਵੇ। ਦੋਵਾਂ ਦਾ ਟ੍ਰੀਟਮੈਂਟ ਕੀ ਆ? ਆਈਸੋਲੇਸ਼ਨ, ਸਪੋਰਟਿਵ ਟ੍ਰੀਟਮੈਂਟ, ਜਿੱਦਾਂ ਟਾਇਲੋਨੋਲ ਦੇ ਦਿੱਤੀ ਬੁਖਾਰ ਵਾਸਤੇ। ਅਗਰ ਹਾਂ ਉਹਨੂੰ ਸਾਹ ਲੈਣ 'ਚ ਔਖਿਆਈ ਆ, ਉਹਨੂੰ ਕੰਪਲਿਕੇਸ਼ਨ ਆ ਰਿਹਾ, ਤਾਂ ਫਿਰ ਜ਼ਰੂਰ ਹੈਲਥ ਕੇਅਰ ਪ੍ਰੋਵਾਈਡਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਲੇਕਿਨ ਇਹੀ ਆ, ਪੈਰੈਂਟਸ ਨੂੰ ਵੀ ਥੋੜਾ ਕਾਮ ਰਹਿਣਾ ਪੈਣਾ। ਆਹ ਜਿਹੜਾ ਪਹਿਲਾ ਸੀਜ਼ਨ ਹੈਗਾ ਸਾਡਾ ਵਿੰਟਰ ਦਾ, ਮੈਨੂੰ ਲੱਗਦਾ ਉਹਦੇ ਵਿੱਚ ਪੈਰੈਂਟਸ ਬੜੇ ਐਂਕਸ਼ੀਅਸ ਹੈਗੇ ਆ, ਬਟ ਅਸੀਂ ਵੀ ਪੈਰੈਂਟ ਹੈਗੇ ਆ, ਸਾਨੂੰ ਵੀ ਪਤਾ ਹਰ ਇੱਕ ਦਾ ਬੱਚਾ ਉਹਨਾਂ ਨੂੰ ਪਿਆਰ ਆ, ਔਰ ਹਰ ਪੈਰੈਂਟ ਚਾਹੁੰਦਾ ਵੀ ਮੇਰੇ ਬੱਚੇ ਨੂੰ ਕੋਈ ਵੱਡੀ ਆਫਤ ਨਾ ਆਵੇ। ਬਿਲਕੁਲ ਇਸ ਵੇਲੇ ਹੁਣ ਸ਼ਾਰਟਸ ਵੀ ਜਿਹੜੇ ਫਲੂ ਸ਼ਾਰਟਸ ਹੈਗੇ ਆ ਉਹ ਵੀ ਲੱਗਣੇ, ਕਈ ਹੈਗੇ ਆ ਸਕਿਪ ਕਰ ਜਾਂਦੇ ਆ, ਕਈ ਕਹਿੰਦੇ ਆ ਐਂਡ ਫਲੂ ਹੀ ਆ, ਥੋੜਾ ਜਿਹਾ ਹੋ ਕੇ ਹਟ ਜਾਂਦਾ। ਸੋ ਇਸ ਸਾਲ ਸਾਰਿਆਂ ਨੂੰ ਲਗਾਉਣੇ ਚਾਹੀਦੇ ਆ ਫਲੂ ਸ਼ਾਟ ਜਾਂ ਨਹੀਂ ਲਗਾਉਣੇ ਚਾਹੀਦੇ, ਜਾਂ ਉਹਨਾਂ ਨੂੰ ਵੈਕਸੀਨ ਦੇ ਵੇਟ ਕਰਨੀ ਚਾਹੀਦੀ ਹੈ? ਸੋ ਕਿੰਨੇ ਕੁ ਜ਼ਰੂਰੀ ਹੁੰਦੇ ਨੇ ਫਲੂ ਸ਼ਾਟ ਲਗਾਉਣੇ? ਬਹੁਤ ਸੋਹਣਾ ਕੁਐਸਚਨ ਹੈਗਾ ਅਰਸ਼ ਜੀ ਤੁਹਾਡਾ। ਸਾਨੂੰ ਪਤਾ ਹਰ ਸਾਲ ਅਸੀਂ ਫਲੂ ਸ਼ਾਟ ਗਵਰਨਮੈਂਟ ਆਫ ਕੈਨੇਡਾ ਸਾਨੂੰ ਫ੍ਰੀ ਪ੍ਰੋਵਾਈਡ ਕਰਦੀ ਆ, ਲੇਕਿਨ ਤਕਰੀਬਨ $25-30 ਦਾ ਉਹਨਾਂ ਨੂੰ ਪੈਂਦਾ। ਔਰ ਜਿਹੜੀ ਸਾਡੇ ਕੋਲ ਇੱਕ ਗੁੱਡ ਨਿਊਜ਼ ਆ ਰਹੀ ਹੈ, ਉਹ ਆ ਰਹੀ ਹੈ ਨਿਊਜ਼ੀਲੈਂਡ ਔਰ ਆਸਟ੍ਰੇਲੀਆ 'ਚ ਉਹਨਾਂ ਦਾ ਜਿਹੜਾ ਵਿੰਟਰ ਹੈ ਉਹ ਖਤਮ ਹੋ ਕੇ ਉਹ ਸਪ੍ਰਿੰਗ 'ਚ ਆ ਰਹੇ ਆ, ਕਿਉਂਕਿ ਉਹ ਹੈਮਿਸਫੀਅਰ 'ਚ ਅਸੀਂ ਨਾਰਦਰਨ ਹੈਮਿਸਫੀਅਰ ਹੈਗੇ ਆ, ਸੋ ਰਿਵਰਸ ਚੱਲਦੇ ਆ ਮੌਸਮ। ਸੋ ਉੱਥੇ ਉਹਨਾਂ ਨੇ ਮਾਸ ਵੈਕਸੀਨੇਸ਼ਨ ਇਨਫਲੂਐਂਜ਼ਾ ਦਾ ਜਿਹੜਾ ਫਲੂ ਦਾ ਕੀਤਾ, ਨਾਲ ਉਹਨਾਂ ਨੇ ਫਿਜ਼ੀਕਲ ਡਿਸਟੈਂਸ ਰੱਖੇ, ਮਾਸਕ ਪਾਏ ਤੇ ਹੈਂਡ ਸੈਨੀਟਾਈਜ਼ੇਸ਼ਨ। ਸੋ ਉਹਦੇ ਕਰਕੇ ਜਿਹੜੇ ਫਲੂ ਦੇ ਮਾਮਲੇ ਸੀ ਉੱਥੇ 90% ਘੱਟ ਹੋ ਗਏ। 90% ਫਲੂ ਤੋਂ ਜਿਹੜੀਆਂ ਡੈਥ ਹੈ ਉਹ ਵੀ ਘੱਟ ਹੋਈਆਂ। ਹੁਣ ਕੈਨੇਡਾ ਦੇ ਵਿੱਚ ਹਰ ਸਾਲ ਜਿਹੜਾ ਫਲੂ ਹੈਗਾ ਰੈਗੂਲਰ ਇਨਫਲੂਐਂਜ਼ਾ, ਉਹਦੇ ਨਾਲ ਘੱਟ ਤੋਂ ਘੱਟ 13,000 ਜਿਹੜੇ ਬਜ਼ੁਰਗ ਹਸਪੀਟਲ 'ਚ ਦਾਖਲ ਹੁੰਦੇ, ਸਾਹ ਦੀ ਪ੍ਰੋਬਲਮ ਕਰਕੇ, ਐਜ਼ਮਾ ਕਰਕੇ, ਨਿਮੋਨੀਆ ਕਰਕੇ, ਔਰ ਕਰੀਬਨ 3500 ਜਿਹੜੇ ਹੈਗੇ ਆਪਣੀ ਜਾਨ ਵੀ ਗਵਾ ਦਿੰਦੇ। ਸੋ ਇਸ ਲਈ ਇਸ ਸਾਲ ਮਾਨਯੋਗ ਸਾਡੇ ਪ੍ਰੋਵਿੰਸ ਦੇ ਜਿਹੜੇ ਪ੍ਰੀਮੀਅਰ ਜੌਨ ਹੌਰਗਨ, ਉਹਨਾਂ ਨੇ ਅੱਜ ਇਹ ਸਟੇਟਮੈਂਟ ਦਿੱਤੀ ਆ ਵੀ ਉਹਨਾਂ ਨੇ 450,000 ਐਡੀਸ਼ਨਲ ਡੋਜ਼ਸ ਜਿਹੜੇ ਹੈਗੇ ਆ ਫਲੂ ਸ਼ਾਟ ਦੇ ਮੰਗਾਏ ਆ, ਤਾਂ ਕਿ ਕਰੀਬਨ 2 ਮਿਲੀਅਨ ਸਾਡੇ ਕੋਲ ਡੋਜ਼ਸ ਹੈਗੀਆਂ। ਹੁਣ ਆਪਣੀ ਸਾਡੀ ਹੈਗੀ ਕਰੀਬਨ 5 ਮਿਲੀਅਨ ਦੇ ਲਾਗੇ ਚਾਗੇ, ਔਰ ਸਾਡਾ ਅਪਟੇਕ ਰੇਟ 30-40% ਹੀ ਹੁੰਦਾ। ਲੇਕਿਨ ਇਸ ਸਾਲ ਅਗਰ ਆਪਾਂ ਫਲੂ ਸ਼ਾਟ ਲਈਏ, ਐਟਲੀਸਟ ਜਿਹੜਾ ਇਨਫਲੂਐਂਜ਼ਾ ਉਹਦੇ ਕਰਕੇ ਅਸੀਂ ਸਿੱਕ ਨਾ ਹੋਈਏ, ਔਰ ਉਹਦੇ ਕਰਕੇ ਸਾਨੂੰ ਹਸਪਤਾਲ ਜਾਣਾ ਨਾ ਪਵੇ, ਕਿਉਂਕਿ ਸਾਡੇ ਕੋਲ ਕੋਈ ਵੀ ਇਸ ਵੇਲੇ ਕੋਵਿਡ ਦੇ ਪ੍ਰਤੀ ਵੈਕਸੀਨੇਸ਼ਨ ਅਵੇਲੇਬਲ ਨਹੀਂ ਹੈਗਾ।
ਜੀ ਬਿਲਕੁਲ ਵੈਕਸੀਨ ਦੀ ਤੁਸੀਂ ਗੱਲ ਕੀਤੀ ਹੈਗੀ ਆ, ਅਸੀਂ ਸਾਰੇ ਉਮੀਦ ਇਹੀ ਲਗਾਉਂਦੇ ਆ ਕਿ ਕਦੋਂ ਵੈਕਸੀਨ ਆਊਗੀ, ਕਦੋਂ ਸਾਨੂੰ ਖੁਸ਼ਖਬਰੀ ਮਿਲੂਗੀ। ਜੇ ਅਸੀਂ ਯੂਐਸ ਦੇ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਅਕਤੂਬਰ ਦੇ ਵਿੱਚ ਵੈਕਸੀਨ ਆ ਜਾਣੀ ਹੈ, ਨਵੰਬਰ ਦੇ ਪਹਿਲੇ ਦੂਜੇ ਦਿਨ ਵੈਕਸੀਨ ਆ ਜਾਣੀ ਹੈ, ਕਿਉਂਕਿ 3 ਤਰੀਕ ਨੂੰ ਉੱਥੇ ਇਲੈਕਸ਼ਨ ਹੈਗੇ ਨੇ। ਪਰ ਅਸੀਂ ਪੋਲਿਟਿਕਸ ਦੀ ਗੱਲ ਨਾ ਕਰੀਏ, ਅਸੀਂ ਵੈਕਸੀਨ ਦੀ ਜੇ ਗੱਲ ਕਰੀਏ, ਆਕਸਫੋਰਡ ਦੀ ਜਿਹੜੀ ਯੂਨੀਵਰਸਿਟੀ ਸੀ ਉਹ ਵੈਕਸੀਨ ਦੇ ਟ੍ਰਾਇਲ ਕਰ ਰਹੀ ਸੀਗੀ, 3rd ਫੇਜ਼ ਦੇ ਵਿੱਚ ਚਲੇ ਗਏ ਸੀ, ਪਰ ਉਹ ਇੱਕਦਮ ਰੋਕ ਲਗਾ ਦਿੱਤੀ ਗਈ ਹੈ। ਕੀ ਕਾਰਨ ਨੇ, ਕਿਉਂ ਰੋਕ ਲਗਾ ਦਿੱਤੀ ਗਈ ਹੈ ਉਹ ਟ੍ਰਾਇਲਸ ਦੇ ਉੱਤੇ, ਕਿਉਂ ਹਾਲਟ ਤੇ ਨੇ ਇਸ ਟਾਈਮ? ਹਾਂਜੀ, ਜੇ ਦੇਖੋ ਮੈਡੀਸਿਨ ਦਾ ਜਿਹੜਾ ਪਹਿਲਾ ਪ੍ਰਿੰਸੀਪਲ ਹੈਗਾ ਡੂ ਨੋ ਹਾਰਮ, ਵੀ ਆਪਾਂ ਉਹ ਕੰਮ ਕਰੀਏ ਵੀ ਜਿਹਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ। ਜੀ ਤਾਂ ਵੈਕਸੀਨ ਦਾ ਅਰਥ ਇਹ ਆ ਵੀ ਅਗਲੇ ਨੂੰ ਬੈਨੀਫਿਟ ਹੋਵੇ, ਵੀ ਬਿਮਾਰੀ ਨਾ ਹੋਵੇ। ਲੇਕਿਨ ਵੈਕਸੀਨ ਕਰਕੇ ਨੁਕਸਾਨ ਹੋ ਰਿਹਾ ਤੇ ਫਿਰ ਬ੍ਰੇਕਾਂ ਲਾਉਣੀਆਂ ਪੈਂਦੀਆਂ। ਜੀ ਇਸ ਲਈ ਅਸੀਂ ਵੀ ਭਾਵੇਂ ਰਸ਼ੀਆ ਵਾਲਿਆਂ ਨੇ ਫੇਜ਼ 3 ਟ੍ਰਾਇਲ ਤੋਂ ਪਹਿਲਾਂ ਹੀ ਵੈਕਸੀਨ ਉਹਨਾਂ ਤੇ ਯੂਜ਼ ਕਰ ਰਹੇ ਆ, ਚਾਈਨਾ ਵਾਲੇ ਵੀ ਯੂਜ਼ ਕਰ ਰਹੇ ਆ ਆਰਮੀ 'ਚ, ਲੇਕਿਨ ਸਾਨੂੰ ਸਭ्य ਰਹਿ ਕੇ ਸਾਰੇ ਟ੍ਰਾਇਲਸ ਪੂਰੇ ਕਰਨੇ ਚਾਹੀਦੇ ਆ। ਜਿਹੜੇ ਆਕਸਫੋਰਡ ਵਾਲੇ ਹੋਰ ਮੋਡਰਨਾ ਵਾਲੇ ਇਹ ਨੰਬਰ 1 ਸੀ, ਜਿਹੜੇ ਅੱਗੇ ਚੱਲ ਰਹੇ ਸੀ ਲੀਡ, ਔਰ ਜਿਹੜੇ ਆਕਸਫੋਰਡ ਦੇ ਆ ਉਹਨਾਂ ਨੇ ਕਰੀਬਨ 43-50 ਹਜ਼ਾਰ ਲੋਕਾਂ ਦੇ ਉੱਤੇ ਫੇਜ਼ 3 ਟ੍ਰਾਇਲ ਆਰੰਭਿਆ ਹੋਇਆ ਸੀ ਯੂਕੇ, ਬ੍ਰਾਜ਼ੀਲ ਦੇ ਵਿੱਚ ਔਰ ਕੁਝ ਅਮਰੀਕਨ ਸਿਟੀਜ਼ 'ਚ ਵੀ। ਤੇ ਉਹਦੇ ਵਿੱਚ ਯੂਕੇ ਦੇ ਵਿੱਚ ਉਹਨਾਂ ਕੋਲ ਡੇਟਾ ਹੈਗਾ। ਔਰ ਦੂਜੇ ਪਾਸੇ ਦੇਖੋ ਇੱਕ ਹੁੰਦੇ ਮਾਈਨਰ ਕੰਪਲਿਕੇਸ਼ਨ, ਜਿਹੜਾ ਲਗਭਗ ਹਰ ਵੈਕਸੀਨ ਤੋਂ ਹੋ ਸਕਦਾ, ਵੀ ਮਾੜਾ ਜਿਹਾ ਬੁਖਾਰ ਹੋਇਆ, ਸਿਰ ਦੁਖਿਆ ਜਾਂ ਥੋੜਾ ਬਹੁਤ ਸ਼ਿਵਰਿੰਗ ਹੋਈ, ਉਹਦੇ ਲਈ ਟਾਇਲਨੋਲ ਠੀਕ ਹੈ। ਬਟ ਇੱਕ ਹੁੰਦਾ ਮੇਜਰ ਕੰਪਲਿਕੇਸ਼ਨ, ਜਿਹਦੇ ਕਰਕੇ ਤੁਹਾਨੂੰ ਹਸਪੀਟਲ ਜਾਣਾ ਪਏ ਜਾਂ ਆਈਸੀਯੂ 'ਚ ਐਡਮਿਟ ਹੋਣਾ ਪਏ ਜਾਂ ਮੌਤ ਹੋਵੇ। ਹੁਣ ਜਿਹੜਾ ਵਿਅਕਤੀ ਆ, ਇਹਨੂੰ ਹੋ ਗਿਆ ਟ੍ਰਾਂਸਵਰਸ ਮਾਈਲਾਈਟਿਸ, TRANSVERSE, ਮਾਈਲਾਈਟਿਸ MYELITS। ਇਹਦਾ ਅਰਥ ਇਹ ਹੁੰਦਾ ਵੀ ਜਿਹੜੀ ਸਾਡੀ ਬ੍ਰੇਨ ਤੋਂ ਪਿੱਛੇ ਰੀੜ ਦੀ ਹੱਡੀ 'ਚ ਸਪਾਈਨਲ ਕਾਰਡ ਚੱਲ ਰਿਹਾ ਨਾ, ਬ੍ਰੇਨ ਦਾ ਹਿੱਸਾ, ਉਹਦੀ ਕਵਰਿੰਗ ਹੁੰਦੀ ਆ, ਉਹ ਜਿਹੜੀ ਮਾਈਲਿਨ ਸ਼ੀਟ ਆ ਉਹ ਵਾਸ਼ ਆਊਟ ਹੋ ਗਈ। ਉਹ ਵਿਅਕਤੀ ਜਿਹੜਾ ਹੈਗਾ ਤੁਰ ਫਿਰ ਨਹੀਂ ਸਕਦਾ, ਕਿਸਮ ਦਾ ਪੈਰਾਲਾਈਜ਼ ਹੋ ਜਾਂਦਾ, ਪਿਸ਼ਾਬ ਟੱਟੀ ਰੁਕ ਜਾਂਦਾ, ਕਿਉਂਕਿ ਉਹ ਨਰਵ ਸਿਗਨਲ ਜਿਹੜੇ ਆ ਸਾਰੇ ਚਲੇ ਗਏ। ਸੋ ਕਿਸ ਪੋਲੀਓ ਟਾਈਪ ਅਟੈਕ ਹੁੰਦਾ ਮੋਸਟਲੀ ਟ੍ਰਾਂਸਫਰ ਮਾਈਲਾਈਟਿਸ ਵਾਇਰਸ ਕਰਕੇ ਆ। ਸੋ ਜਿਹਨੂੰ ਵੋਲੰਟੀਅਰ ਨੂੰ ਇਹ ਸ਼ਾਟ ਦਿੱਤਾ, ਉਹਦੇ ਬਾਅਦ ਉਹ ਹੋਇਆ, ਹਸਪੀਟਲ 'ਚ ਦਾਖਲ ਕੀਤਾ। ਇਸ ਲਈ ਐਸਟਰਾਜ਼ੈਨਿਕਾ ਜਿਹੜੀ ਲੀਡ ਡਰਗ ਕੰਪਨੀ ਆਕਸਫੋਰਡ ਦੀ ਟ੍ਰਾਇਲ ਦੇ ਸ਼ਾਮਿਲ ਆ। ਐਕਚੁਅਲੀ ਜਿਹੜੀ ਆਕਸਫੋਰਡ ਦੀ ਟ੍ਰਾਇਲ ਆ ਉਹ ਐਡੀਨੋ ਵਾਇਰਸ ਦਾ ਪਾਰਟੀਕਲ ਲੈ ਕੇ ਬਣਾ ਰਹੇ ਐਂਟੀਬਾਡੀਜ਼, ਜਿਹੜੀ ਕੋਵਿਡ ਨੂੰ ਪ੍ਰੋਟੈਕਟ ਕਰੂਗੀ। ਦੇਖੋ 2 ਵਾਇਰਸ ਆ, ਐਡੀਨੋ ਵਾਇਰਸ ਤੇ ਕਰੋਨਾ ਵਾਇਰਸ। ਜਿਹੜਾ ਐਡੀਨੋ ਵਾਇਰਸ ਦਾ ਪਾਰਟੀਕਲ ਲੈ ਕੇ ਉਹਨੂੰ ਬਣਾ ਰਹੇ ਸੀ ਵੀ ਕੋਵਿਡ ਨੂੰ ਪ੍ਰੋਟੈਕਟ ਕਰੂਗੀ, ਤੇ ਉਹਨਾਂ ਦਾ ਲੈਬ ਦੇ ਵਿੱਚ ਵੀ ਬੜਾ ਮੁਕੰਮਲ ਹੋਇਆ, ਫੇਜ਼ 1 'ਚ ਵੀ ਬੜੀ ਐਂਟੀਬਾਡੀਜ਼ ਬਣੀਆਂ, ਫੇਜ਼ 2 'ਚ ਵੀ ਬੜੀ ਐਂਟੀਬਾਡੀਜ਼ ਬਣੀਆਂ। ਲੇਕਿਨ ਹੁਣ ਇਹ ਸੇਫਟੀ ਟ੍ਰਾਇਲ ਆ, ਸੇਫਟੀ ਟ੍ਰਾਇਲ 'ਚ ਪਤਾ ਲੱਗਾ ਵੀ 60% ਲੋਕਾਂ ਨੂੰ ਮਾਈਨਰ ਰਿਐਕਸ਼ਨ ਹੁੰਦੇ ਆ, ਪਹਿਲਾ ਹੈਗਾ ਜਿਹੜਾ ਮੇਜਰ ਹੈਗਾ। ਸੋ ਇਸ ਉਹਨਾਂ ਦੀ ਜਿਹੜੀ ਵੈਕਸੀਨ ਦੀ ਜਿਹੜੀ ਟ੍ਰਾਇਲ ਆ, ਉਹਨਾਂ ਨੂੰ ਬ੍ਰੇਕਾਂ ਲੱਗੀਆਂ। ਐਸਟਰਾਜ਼ੈਨਿਕਾ ਦਾ ਸਟਾਕ ਬੜਾ ਡਿੱਗ ਪਿਆ। ਹੁਣ ਪਤਾ ਨਹੀਂ ਬ੍ਰੇਕਾਂ ਜਿਹੜੀਆਂ ਉਹ ਕਦੋਂ ਖੁੱਲਦੀਆਂ, ਹੋ ਸਕਦਾ ਕਈ ਹਫ਼ਤੇ ਲੱਗਣ, ਕਈ ਮਹੀਨੇ ਲੱਗਣ, ਕਿਉਂਕਿ ਸਾਰਾ ਸੇਫਟੀ ਡੇਟਾ ਹਰ ਇੱਕ ਵਿਅਕਤੀ ਦਾ ਜਿਹਨੂੰ ਉਹ ਐਕਸਪੈਰੀਮੈਂਟਲ ਵੈਕਸੀਨ ਦਿੱਤੀ ਉਹ ਰਿਵਿਊ ਕਰਨਾ ਪੈਣਾ, ਹਰ ਇੱਕ ਟੈਸਟ ਕਰਨੇ ਪੈਣੇ, ਹਰ ਇੱਕ ਦਾ ਨਿਊਰੋਲੋਜੀਕਲ ਐਗਜ਼ਾਮੀਨੇਸ਼ਨ ਕਰਨਾ ਪੈਣਾ। ਸੋ ਇਹ ਇਸ ਲਈ ਮੈਂ ਪਹਿਲਾਂ ਕਹਿ ਰਿਹਾ ਸੀ ਵੀ ਸਾਨੂੰ ਬੜੀ ਫਾਸਟ ਸਪੀਡ 'ਚ ਨਹੀਂ ਸਾਰਾ ਕੁਝ ਕਰਨਾ ਚਾਹੀਦਾ, ਕਿਉਂਕਿ ਕੋਵਿਡ ਤੋਂ ਪ੍ਰੋਟੈਕਸ਼ਨ ਕਰਦੇ ਕਰਦੇ ਕਿਤੇ ਹੋਰ ਰੋਗ ਦਾ ਅਸੀਂ ਜਿਹੜਾ ਹੈ ਜਨਮ ਨਾ ਦਈਏ। ਇਹੀ ਪ੍ਰੋਬਲਮ ਹੋਈ ਜਦੋਂ ਅਮਰੀਕਾ 'ਚ 1970s 'ਚ ਇੱਕ ਏਵੀਅਨ ਫਲੂ ਕਰਕੇ ਆਇਆ ਸੀ। ਉਹਨਾਂ ਨੇ ਫਟਾਫਟ ਵੈਕਸੀਨ ਬਣਾ ਕੇ ਦੇਣੀ ਸ਼ੁਰੂ ਕਰਤੀ ਸੀ ਟ੍ਰਾਇਲ, ਤੇ ਅਜੇ ਤੱਕ ਲੋਕੀ ਸਫਰ ਕਰ ਰਹੇ ਉਹਦੇ ਸਾਈਡ ਇਫੈਕਟ ਤੋਂ। ਸੋ ਇਸ ਲਈ ਈਵਨ ਦੋ ਸਾਡੇ ਬਹੁਤ ਸ਼ਕਤੀਸ਼ਾਲੀ ਨੇਬਰ ਅਮਰੀਕਾ ਵਾਲੇ ਕਹਿੰਦੇ ਆ ਵੀ ਅਸੀਂ ਵੈਕਸੀਨ ਲੈ ਆਉਣੀ ਆ, ਮੇਰੇ ਹਿਸਾਬ ਦੇ ਨਾਲ ਵੈਕਸੀਨ ਜਨਵਰੀ ਫੈਬਰੂਰੀ ਤੋਂ ਪਹਿਲਾਂ ਨਹੀਂ ਆ ਸਕਦੀ। ਭਾਵੇਂ ਉਹ ਹੋਰ ਨੋਵਾਵੈਕਸ ਦੀ ਹੈਗੀ ਆ, ਜੌਨਸਨ ਐਂਡ ਜੌਨਸਨ ਦੀ ਆ, ਅਜੇ ਟਾਈਮ ਲੱਗੂਗਾ। ਔਰ ਸਪ੍ਰਿੰਗ ਟਾਈਮ ਦੇ ਵਿੱਚ ਮੇਰੇ ਖਿਆਲ ਨਾਲ ਆਸ ਹੈਗੀ ਆ ਵੀ ਆਊਗੀ। ਕੈਨੇਡਾ ਨੇ ਇੱਕ ਅੱਛੀ ਕੰਮ ਕੀਤਾ, ਉਹਨੇ ਨਾ ਡਾਊਨ ਪੇਮੈਂਟ 5 ਵੱਡੀਆਂ ਲੀਡਿੰਗ ਕੰਪਨੀ ਜਿਨ੍ਹਾਂ ਦੀ ਫੇਜ਼ 3 ਟ੍ਰਾਇਲਸ ਚੱਲ ਰਹੀ ਸੀ, ਆਪ ਇਧਰ ਸਾਰਿਆਂ ਨੂੰ ਡਾਊਨ ਪੇਮੈਂਟ ਦਿੱਤੀ ਹੈ ਵੀ ਜਿਹਦੀ ਅਸੀਂ ਫਿਰ ਡੀਲ ਪੂਰੀ ਕਰਾਂਗੇ। ਸੋ ਕਿਤੇ ਨਾ ਕਿਤੇ ਸਾਨੂੰ ਵੈਕਸੀਨ ਤਾਂ ਮਿਲੂਗੀ, ਲੇਕਿਨ ਉਹ ਵੈਕਸੀਨ ਦੀ ਸੇਫਟੀ ਬੜੀ ਇੰਪੋਰਟੈਂਟ ਹੈ। ਠੀਕ ਹੈ, ਪ੍ਰੋਟੈਕਟ ਦਿੰਦੀ ਐਂਟੀਬਾਡੀ, ਲੇਕਿਨ ਸੇਫਟੀ ਵੀ ਇਕੁਅਲੀ ਇੰਪੋਰਟੈਂਟ ਹੈਗੀ ਆ। ਔਰ ਮੈਨੂੰ ਆਸ ਹੈਗੀ ਆ ਵੀ ਸਾਨੂੰ ਜ਼ਰੂਰ ਕੋਈ ਨਾ ਕੋਈ, ਕਿਉਂਕਿ ਹਰ ਇੱਕ ਜਿਹੜਾ ਵੈਕਸੀਨ ਮੇਕਰ ਆ
ਉਹ ਡਿਫਰੈਂਟ ਏਰੀਆ ਜਿਹੜਾ ਵਾਇਰਸ ਆ ਉਹਦੇ ਉੱਤੇ ਵੈਕਸੀਨ ਬਣਾ ਰਿਹਾ। ਜਿਹੜੇ ਮੋਡਰਨਾ ਵਾਲੇ ਆ ਉਹ ਮੈਸੇਂਜਰ RNA ਜਿਹੜਾ ਹੁੰਦਾ ਉਹਦੇ ਉੱਤੇ ਬਣਾ ਰਿਹਾ, ਜਿਹੜਾ ਉਹਨੂੰ ਰੈਪਲੀਕੇਟ ਕਰਨ ਦੀ ਇੰਸਟਰਕਸ਼ਨਸ ਦਿੰਦਾ। ਸੋ ਲੈਟਸ ਸੀ ਉਹਦੀ ਰਿਜ਼ਲਟਸ ਕੀ ਆਉਂਦੇ ਆ। ਔਰ ਮੇਰੀ ਦੁਆ ਹੈਗੀ ਆ ਵੀ ਆਕਸਫੋਰਡ ਵਾਲੇ ਵੀ ਜਿਹੜੇ ਹੈਗੇ ਆ ਸੇਫਟੀ ਡੇਟਾ ਪੂਰਾ ਨਿਚੋੜ ਉਹਦਾ ਕਰਕੇ ਫਿਰ ਆਪਣੀ ਜਿਹੜੀ ਹੈਗੀ ਆ ਰੀਟ੍ਰਾਇਲ ਸ਼ੁਰੂ ਕਰਨ। ਤੁਸੀਂ ਬਹੁਤ ਸਾਨੂੰ ਕਹਿ ਸਕਦੇ ਹਾਂ ਕਿ ਤਫਸੀਲ ਦੇ ਵਿੱਚ ਦੱਸਦੇ ਆ ਵੀ ਕੀ ਕੁਝ ਹੋ ਰਿਹਾ ਹੈਗਾ ਵੈਕਸੀਨ ਨੂੰ ਲੈ ਕੇ। ਹੁਣ ਜੇ ਤੁਸੀਂ ਕੈਨੇਡਾ ਦੀ ਗੱਲ ਕੀਤੀ ਸੀ ਤਾਂ ਕੈਨੇਡਾ ਵੀ ਉਸ ਟਾਈਮ ਦੇ ਉੱਤੇ ਸਾਨੂੰ ਵੈਕਸੀਨ ਦਊਗੀ ਜਦੋਂ ਹੈਲਥ ਕੈਨੇਡਾ ਅਪਰੂਵ ਕਰੂਗੀ ਉਸ ਵੈਕਸੀਨ ਨੂੰ, ਹਨਾ। ਸੋ ਉਸ ਤੋਂ ਬਾਅਦ ਹੁਣ ਜੇ ਅਸੀਂ ਰਸ਼ੀਆ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਇੱਕ ਵੈਕਸੀਨ ਦਿੱਤੀ ਸੀ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਸੀ ਕਿ ਉੱਥੇ ਹੀ ਸਟਾਪ ਹੋ ਗਿਆ, ਕਿਉਂਕਿ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਸਾਇੰਟਿਸਟ ਆ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਵਧੀਆ ਵੈਕਸੀਨ ਨਹੀਂ ਹੈਗੀ ਕਿਉਂਕਿ ਟ੍ਰਾਇਲ ਮਾਸ ਵੈਕਸੀਨ ਨਹੀਂ ਕੀਤੀ ਗਈ, ਟ੍ਰਾਇਲ ਨਹੀਂ ਕੀਤਾ ਗਿਆ। ਪਰ ਹੁਣ ਉੱਥੋਂ ਵੀ ਖਬਰਾਂ ਆ ਰਹੀਆਂ ਨੇ ਕਿ ਆਮ ਲੋਕਾਂ ਨੂੰ ਵੀ ਪ੍ਰੋਵਾਈਡ ਕਰ ਰਹੇ ਨੇ ਜਿਹੜੀ ਰਸ਼ੀਅਨ ਵੈਕਸੀਨ ਸਪਤਾਨਿਕ ਜਿਹੜਾ ਉਹਨੂੰ ਨਾਮ ਦਿੱਤਾ ਗਿਆ ਉਹ ਦੇ ਰਹੇ ਨੇ। ਸੋ ਉਹ ਵੈਕਸੀਨ ਡੇਂਜਰਸ ਹੋ ਸਕਦੀ ਹੈ ਲੋਕਾਂ ਦੇ ਲਈ। ਤੁਸੀਂ ਦੇਖ ਲਓ ਆਲਰੇਡੀ ਜਿਹੜੀ ਆਕਸਫੋਰਡ ਦੀ ਹੈਗੀ ਆ ਉੱਥੇ ਬ੍ਰੇਕਾਂ ਇਸ ਤੇ ਲੱਗੇ ਆ ਵੀ ਇੱਕ ਵਿਅਕਤੀ ਉਹਨਾਂ ਦਾ ਜਿਹੜਾ ਵੋਲੰਟੀਅਰ ਉਹਨੂੰ ਟ੍ਰਾਂਸਵਰਸ ਮਾਈਲਾਈਟਿਸ ਹੋ ਚੁੱਕੀ ਆ। ਜਦੋਂ ਆਪਾਂ ਵੱਡੀ ਮਾਸ ਨੂੰ ਦਿੰਦੇ ਆ ਜਿੱਦਾਂ 30,000 ਤੋਂ 50,000 ਲੋਕਾਂ ਨੂੰ, ਔਰ ਉਹ ਵੀ ਡਿਫਰੈਂਟ ਐਥਨਿਕ ਬੈਕਗਰਾਉਂਡ, ਡਿਫਰੈਂਟ ਏਜ ਗਰੁੱਪ, ਡਿਫਰੈਂਟ ਹੈਲਥ ਕੰਡੀਸ਼ਨਸ, ਡਿਫਰੈਂਟ ਸਿਨੈਰੀਓਜ਼, ਡਿਫਰੈਂਟ ਕੰਟਰੀਜ਼, ਤਾਂ ਪਤਾ ਲੱਗਦਾ। ਸੋ ਇਹ ਮੈਂ ਚਾਹੂੰਗਾ, ਮੇਰੀ ਕਿਸੇ ਵੀ ਦੇਸ਼ ਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਆ, ਮੇਰੀ ਤਾਂ ਕਿਸੇ ਨਾਲ ਵੀ ਨਹੀਂ ਆ। ਹਮ ਨਹੀਂ ਬੁਰਾ ਨਹੀਂ ਕੋਈ, ਮੈਂ ਤਾਂ ਇਹ ਕਹਿੰਦਾ ਮੈਂ ਹੀ ਬਾਕੀ ਸਾਰੇ ਸਿਆਣੇ ਫਿਰ ਤੋਂ ਹਮ ਨਹੀਂ ਬੁਰਾ ਨਹੀਂ ਕੋਈ ਪ੍ਰਣਤ ਨਾਨਕ ਤਾਰੇ ਸੋ। ਸੋ ਕਮਿਊਨਿਸਟ ਕੰਟਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਰੂਲਸ ਰੈਗੂਲੇਸ਼ਨ ਵੱਖ ਹੁੰਦੇ ਆ, ਉਹਦੇ ਵਿੱਚ ਰਸ਼ੀਆ ਵੀ ਹੁੰਦਾ, ਚਾਈਨਾ ਵੀ ਹੁੰਦਾ। ਚਾਈਨਾ ਨੂੰ ਜਿਹੜਾ ਇੰਟੈਲੈਕਚੁਅਲ ਮਟੀਰੀਅਲ ਹੈ ਵੀ ਵੈਕਸੀਨ ਕਿੱਦਾਂ ਬਣਾਉਣੀ ਆ, ਜਿਹੜੀ ਉਹਦੀ ਲਾਈਨ ਸੀ, ਜਿਹੜੀ ਟੈਕਨੋਲੋਜੀ ਸੀ, ਅਸੀਂ ਹੈਲੀਫੈਕਸ ਤੋਂ ਉਹਨਾਂ ਨੂੰ ਦਿੱਤੀ। ਉਹ ਸਾਡੇ ਨਾਲ ਸਮਝੌਤਾ ਕਰਕੇ ਬਹਿ ਗਏ ਵੀ ਅਸੀਂ ਕੈਨਸਾਈਨੋ ਬੀਜਿੰਗ ਤੋਂ ਸਾਨੂੰ ਦਵਾਂਗੇ, ਬਟ ਕੁਝ ਪੋਲੀਟੀਕਲ ਇਸ਼ੂਜ਼ ਕਰਕੇ ਉਹ ਸੰਧੀ ਨਹੀਂ ਹੋ ਸਕੀ। ਲੇਕਿਨ ਇਸ ਵੇਲੇ ਸਿਰਫ 4-5 ਕੰਪਨੀਆਂ ਨਹੀਂ ਆ, ਕਰੀਬਨ 25 ਕੰਪਨੀਆਂ ਜਿਹੜੀਆਂ ਫੇਜ਼ 3 ਟ੍ਰਾਇਲਸ ਤੇ ਚੱਲ ਰਹੀਆਂ ਆਲ ਓਵਰ ਦਾ ਵਰਲਡ, ਔਰ ਉਹ ਪ੍ਰੋਪਰ ਕਰ ਰਹੀ ਜਿਹੜੀ WHO ਮੋਨੀਟਰ ਵੀ ਕਰਦਾ ਔਰ ਰਿਪੋਰਟ ਵੀ ਕੀਤੀ। ਉਹਦੇ ਫਿਰ ਉਹਦਾ ਡੇਟਾ ਜਿਹੜਾ ਹੈਗਾ ਵੱਖ-ਵੱਖ ਕੰਟਰੀ ਸਿੰਥੇਸਾਈਜ਼ ਕਰਕੇ ਉਹਦੇ ਮਾਹਿਰ ਫਿਰ ਹੈਲਥ ਕੈਨੇਡਾ ਮੋਹਰ ਲਾਉਂਦੀ ਆ, ਫਿਰ ਕੈਨੇਡੀਅਨ ਲੋਕਾਂ ਨੂੰ ਉਹ ਵੈਕਸੀਨ ਮਿਲੂਗੀ। ਲੇਕਿਨ ਵੈਕਸੀਨ ਬਣੂਗੀ, ਜ਼ਰੂਰ ਬਣੂਗੀ, ਪਰ ਟਾਈਮ ਲੱਗੂਗਾ, ਸਾਨੂੰ ਉਸ ਟਾਈਮ ਦਾ ਇੰਤਜ਼ਾਰ ਜਿਹੜਾ ਕਰਨਾ ਪੈਣਾ ਹੈਗਾ। ਵੀ ਹੋ ਸਕਦਾ ਅਗਲੇ ਸਾਲ ਦੇ ਆਰੰਭ 'ਚ ਹੀ ਵੈਕਸੀਨ ਆਏ, ਆਉਣ ਵਾਲੇ 3-4 ਮਹੀਨੇ ਨਹੀਂ ਆਊਗੀ। ਔਰ ਟਰੰਪ ਸਾਹਿਬ ਆਪਣੀ ਇਲੈਕਸ਼ਨ ਬਾਰੇ ਜੋ ਮਰਜ਼ੀ ਕਹੀ ਜਾਣ ਵੀ ਮੈਂ ਇਲੈਕਸ਼ਨ ਦੇ ਦੌਰਾਨ ਲੈ ਆਉਣੀ ਹੈ, ਉਹ ਹੁੰਦੇ ਪੋਲੀਟੀਕਲ ਸਟੇਟਮੈਂਟ। ਮੋਮੈਂਟਮ ਵਾਸਤੇ ਠੀਕ ਹੁੰਦਾ, ਜਿੱਦਾਂ ਹਿੰਦੁਸਤਾਨ ਵਾਸਤੇ ਵੀ ਕਈ ਚੀਜ਼ਾਂ ਬੋਲੀਆਂ ਜਾਂਦੀਆਂ ਵੀ ਉਹ ਮਾਸ ਐਕਸ਼ਨ ਵਾਸਤੇ ਹੁੰਦੀਆਂ, ਲੇਕਿਨ ਉਹਦੇ ਚ ਰਿਐਲਿਟੀ ਜਿਹੜੀ ਆ ਸਾਇੰਟਿਫਿਕ ਪੱਧਰ ਤੇ ਇੰਨੀ ਨਹੀਂ ਹੁੰਦੀ। ਮੈਂ ਪਿਛਲੇ ਵੀਕਐਂਡ 'ਚ ਵੀ ਰੇਡੀਓ ਪ੍ਰੋਗਰਾਮ ਕੀਤਾ ਸੀ, ਟੌਪਿਕ ਆਇਆ ਸੀ, ਮੈਂ ਕਿਹਾ ਸੀ ਮੈਂ ਦਾਅਵੇ ਦੇ ਨਾਲ ਕਹਿੰਦਾ ਵੀ ਵੈਕਸੀਨ 3-4 ਮਹੀਨੇ ਤੋਂ ਪਹਿਲਾਂ ਨਹੀਂ ਆ ਸਕਦੀ। ਜੀ ਬਿਲਕੁਲ। ਹੁਣ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਹੈ ਉਹ ਇਹ ਹੈ ਕਿ ਹੁਣ ਜਿਹੜੀ ਸਰਦੀਆਂ ਆ ਰਹੀਆਂ ਨੇ, ਵਿੰਟਰ ਆ ਰਹੀ ਹੈ, ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਟੈਕਲ ਕਰਾਂਗੇ? ਕੀ ਟਿਪਸ ਨੇ ਤੁਹਾਡੇ ਵੱਲੋਂ, ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਆਡੀਅנס ਨੂੰ, ਵਿਊਅਰਸ ਨੂੰ? ਦੇਖੋ, ਪਹਿਲੀ ਗੱਲ ਤੇ ਹੈਗੀ ਹੈ ਵੀ ਅਸੀਂ ਆਲਰੇਡੀ ਪ੍ਰੂਵ ਕਰ ਚੁੱਕੇ ਹਾਂ ਵਰਲਡ ਨੂੰ, ਔਰ PC ਦਾ ਜਿਹੜਾ ਮਾਡਲ ਸੀ ਉਹ ਨਿਊਯਾਰਕ ਦੇ ਵਿੱਚ ਸਰਾਹਾਇਆ ਗਿਆ। ਬੋਨੀ ਹੈਨਰੀ ਜੀ ਨੂੰ ਸਲਾਮ ਕੀਤੇ ਗਏ ਆਲ ਓਵਰ ਦਾ ਵਰਲਡ। ਔਰ ਕਿਉਂ ਕੀਤੇ ਗਏ? ਕਿਉਂਕਿ ਅਸੀਂ ਉਹਨਾਂ ਦੀ ਗੱਲਾਂ ਸੁਣੀਆਂ। ਸੋ ਜਿਹੜਾ ਸਾਡਾ ਸੈਂਟਰ ਫॉर ਡਿਜ਼ੀਜ਼ ਕੰਟਰੋਲ ਹੈ, ਜੋ ਸਾਨੂੰ ਹਿਦਾਇਤਾਂ ਦਿੰਦਾ ਉਹ ਅਸੀਂ ਸੁਣੀਏ। ਦੂਜਾ, ਫੇਕ ਨਿਊਜ਼ ਬੜਾ ਚੱਲਦਾ ਸੋਸ਼ਲ ਮੀਡੀਆ 'ਚ। ਹੁਣ ਤਾਂ ਫੇਸਬੁੱਕ ਵੀ ਕਹਿੰਦੀ ਆ ਵੀ ਫੇਕ ਨਿਊਜ਼ ਉਹਨਾਂ ਨੇ ਕੱਢ ਲਿਆ ਕਰਨੇ ਆ, ਔਰ ਉਹਦੇ ਮਤਲਬ ਆਰਟੀਕਲਸ ਹੋਰ ਹੋਣੇ ਆ ਜਿਹੜੇ ਉਹਨੂੰ ਸਹੀ ਮਤਲਬ ਚੀਜ਼ਾਂ ਦਿਖਾਉਂਦੇ ਆ। ਕੋਈ ਵੀ ਰੈਸਪੀਰੇਟਰੀ ਵਾਇਰਸ ਤੋਂ ਸਾਨੂੰ ਬਚਾ ਸਕਦੇ ਨੇ, ਕੋਈ ਇਨਫਲੂਐਂਜ਼ਾ ਹੋਏ, ਪੈਰਾ ਇਨਫਲੂਐਂਜ਼ਾ ਹੋਏ, ਰਾਈਨਾ ਹੋਏ, ਅਡੀਨੋ ਹੋਏ, RSV ਹੋਏ, ਔਰਥੋਮਿਕਸ ਹੋਏ, ਔਰ ਜਾਂ ਕੋਵਿਡ ਹੋਏ, ਤਾਂ ਉਹ ਇਹੀ ਆ ਵੀ ਆਪਾਂ ਇੱਕ ਦੂਜੇ ਦੇ ਨੇੜੇ ਨਾ ਜਾਈਏ, ਬਹੁਤਾ ਮਾਸਕ ਪਾਈਏ, ਸਾਬਣ ਔਰ ਪਾਣੀ ਦੇ ਨਾਲ ਹੱਥ ਧੋਈਏ, ਬਹੁਤਾ ਘਰਾਂ 'ਚ ਰਹੀਏ, ਆਪਣਾ ਬਬਲ ਛੋਟਾ ਕਰੀਏ, ਬਹੁਤ ਵੱਡਾ ਮਿਲਣਸਾਰ ਜਿਹੜਾ ਆਪਾਂ ਵਧਾਤਾ ਸੀ ਉਹ ਫਿਰ ਘਟਾਈਏ, ਔਰ ਉਹਦੇ ਨਾਲ ਹਰ ਇੱਕ ਰੈਸਪੀਰੇਟਰੀ ਵਾਇਰਸ ਕੱਢੂਗਾ ਇਨਕਲੂਡਿੰਗ ਕੋਵਿਡ। ਔਰ ਸਾਨੂੰ ਫਲੂ ਸ਼ਾਟ ਜ਼ਰੂਰ ਲਾਉਣਾ ਚਾਹੀਦਾ। ਫਲੂ ਸ਼ਾਟ ਦੇ ਕੋਈ ਸਾਈਡ ਇਫੈਕਟਸ ਮਾੜੇ ਮੋਟੇ ਜਿਹੇ ਹੈਗੇ ਇਹੀ ਬੁਖਾਰ ਦੇ, ਬਟ ਇਹ ਕਈ ਦਹਾਕਿਆਂ ਤੋਂ ਲੱਗ ਰਿਹਾ, ਇਹਦਾ ਕੋਈ ਲੌਂਗ ਟਰਮ ਸਾਈਡ ਇਫੈਕਟ ਸਾਡੇ ਸਾਹਮਣੇ ਨਹੀਂ ਆਇਆ। ਸੋ ਸਾਨੂੰ ਲਾਉਣਾ ਚਾਹੀਦਾ। ਸਾਨੂੰ ਹੈਲਥ ਕੈਨੇਡਾ ਔਰ ਸਾਡੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਫ੍ਰੀ ਆਫ ਮਨੀ ਦਿੰਦੀ ਹੈ, ਲੇਕਿਨ ਸਾਡਾ ਇਹ ਫਰਜ਼ ਬਣਦਾ ਵੀ ਇਸ ਸਾਲ ਐਟਲੀਸਟ ਫਲੂ ਤੋਂ ਤਾਂ ਬਚੀਏ, ਕਿਉਂਕਿ ਉਹ ਸਾਡੇ ਹੱਥ 'ਚ ਹੈਗਾ। ਕੋਵਿਡ ਦਾ ਵੈਕਸੀਨ ਆ ਜਾਏਗਾ ਤੇ ਬਹੁਤ ਵਧੀਆ ਗੱਲ ਆ,
ਲੇਕਿਨ ਸਾਰੇ ਆਪਾਂ ਅਗਰ ਮਿਲ ਕੇ ਅਰਦਾਸ ਕਰੀਏ ਤੇ ਛੇਤੀ ਵੀ ਆ ਸਕਦਾ। ਸੋ ਜਦੋਂ ਕੋਵਿਡ ਦਾ ਆਊਗਾ ਤੇ ਫਿਰ ਉਹ ਵੀ ਦਿੱਤਾ ਜਾਊਗਾ। ਲੇਕਿਨ ਅਸੀਂ ਇਹੀ ਆ ਵੀ ਆਪਾਂ ਆਪਣੇ ਬਹੁਤੇ ਘਰਾਂ 'ਚ ਰਹੀਏ, ਬਾਹਰ ਖਰੂਦ ਨਾ ਪਾਈਏ, ਸੰਘਣੀ ਗੈਦਰਿੰਗ 'ਚ ਨਾ ਜਾਈਏ ਔਰ ਥੋੜਾ ਜਿਹਾ ਸਿਆਣਪ ਵਰਤੀਏ। ਜੀ ਬਿਲਕੁਲ, ਥੈਂਕ ਯੂ ਸੋ ਮਚ ਡਾਕਟਰ ਪੁਰ ਜੀ ਕਿ ਤੁਸੀਂ ਹਮੇਸ਼ਾ ਸਾਨੂੰ ਵਧੀਆ ਜਿਹੜੀਆਂ ਗੱਲਾਂ ਹੈਗੀਆਂ, ਇਨਫੋਰਮੇਸ਼ਨ ਹੈਗੀ ਉਹ ਦੱਸਦੇ ਰਹਿੰਦੇ ਹੋ। ਹੋਪ ਕਰਦੇ ਹਾਂ ਕਿ ਅਗਲੇ ਹਫ਼ਤੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਥੈਂਕ ਯੂ ਸੋ ਮਚ। ਬਹੁਤ-ਬਹੁਤ ਧੰਨਵਾਦ। ਲੇਕਿਨ ਮੈਂ ਇਹੀ ਕਹੂੰਗਾ ਵੀ ਆਉਣ ਵਾਲੇ ਜਿਹੜਾ ਸਮਾਂ ਹੈਗਾ ਥੋੜਾ ਨਾਜ਼ੁਕ ਹੈਗਾ। ਸੋ ਆਪਾਂ ਥੋੜਾ ਜਿਹਾ ਆਪਣਾ ਬਿਹੇਵੀਅਰ ਇੰਪਰੂਵ ਕਰ ਲਈਏ ਔਰ ਅਸੀਂ ਫੇਅਰ ਵਰਲਡ ਨੂੰ ਸ਼ੋ ਕਰੀਏ ਵੀ ਬ੍ਰਿਟਿਸ਼ ਕੋਲੰਬੀਆ ਵਾਕਈ ਹੀ ਸੁਪਰਨੈਚੁਰਲ ਬ੍ਰਿਟਿਸ਼ ਕੋਲੰਬੀਆ, ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ, ਬਿਊਟੀਫੁਲ ਕੈਨੇਡਾ ਔਰ ਬਿਊਟੀਫੁਲ ਵਰਲਡ। ਥੈਂਕ ਯੂ। ਸਤਿ ਸ੍ਰੀ ਅਕਾਲ। ਬਿਲਕੁਲ, ਜਿਵੇਂ ਡਾਕਟਰ ਪੁਰ ਜੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ, ਅਸੀਂ ਕਰ ਰਹੇ ਹਾਂ, ਅਸੀਂ ਕਰਕੇ ਦਿਖਾਵਾਂਗੇ ਕਿ ਅਸੀਂ ਗਾਈਡਲਾਈਨਸ ਨੂੰ ਫੋਲੋ ਕਰ ਰਹੇ ਹਾਂ। ਜੋ ਵੀ ਗਾਈਡਲਾਈਨ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਫੋਲੋ ਕਰਨਾ ਚਾਹੀਦਾ, ਕਿਉਂਕਿ ਅੱਗੇ ਫਲੂ ਸੀਜ਼ਨ ਆ ਰਿਹਾ, ਵਿੰਟਰ ਸੀਜ਼ਨ ਆ ਰਿਹਾ, ਜਿਹਦੇ ਵਿੱਚ ਕੋਵਿਡ ਦਾ ਖਤਰਾ ਹੋਰ ਵੀ ਵੱਧ ਸਕਦਾ ਹੈ। ਸੋ ਸਾਨੂੰ ਹਮੇਸ਼ਾ ਸਿਵਲਾਈਜ਼ ਰਹਿਣ ਦੀ ਲੋੜ ਹੈਗੀ ਹੈ, ਸਿਵਲ ਰਹਿਣ ਦੀ ਲੋੜ ਹੈਗੀ ਹੈ। ਇਹ ਗਾਈਡਲਾਈਨਸ ਫੋਲੋ ਕਰਦੇ ਰਹੋ ਤੇ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।